अस्सलाम वालेकुम दोस्तों, मैं थोड़ा भाई मुहम्मद आसिफ खिची ते साडे इत्थे बिल्कुल करीब जनाब आलूआं दी वल्लां दी जेड़ा ना कटाई हो रही है ते ये भाई होरी जेड़ा ना आलूआं दी हारवैस्टिंग करन लगे ने ते मैं क्या भाई दोस्तां नूं कुछ मालूमात देने हैं या भाई रांदे तू जानने हैं कि ये जेड़ा है ना सेल कर रहे ने आलू केड़ा है रेट है कोई नहीं ते इन्ने काले क्यों पै रहे ने ਤੇ ਬਾਕੀ ਕੁਛ ਇਸ ਤਰ੍ਹਾਂ ਵੀ ਹੈ ਵੀ ਜ਼ਿਆਦਾ ਲੋਕ ਆਲੂ ਦੀ ਪਟਾਈ ਕੀਤੀ ਆਉਂਦੇ ਨੇ ਵੀ ਅੱਗੇ ਦੀ ਮਕਈ ਲਾਣੇ ਆ ਆਪਣੇ ਨਾਲ ਭਾਈ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। अस्सलाम वालेकुम जी। वालेकुम सलाम भाईजान पहले तो अपना तारफ दोस्तों को कराने चलो जी। जी। मैं चौधरी मोहम्मद आसम टंड जी जी फ्रॉम कुए की बावल। ठीक हो गया जी। जी। अच्छा भाई जी ये आलूआं ਦੀ ਕਟਾਈ ਕਰ ਰਹੇ ਹੋ ਇਹ ਦੱਸੋ ਪਹਿਲੇ ਕਿ ਵੈਰਾਈਟੀ ਕਿਹੜੀ ਹੈ ਔਰ ਕਿੰਨੇ ਦਿਨ ਦੇ ਆਲੂ ਹੋ ਗਏ ਨੇ। ਇਹ ਜੀ ਵੈਰਾਈਟੀ ਹੈਗੀ ਹੈ ਜੀ ਪੈਪਸੀ ਦਾ ਐਗਰੀਮੈਂਟ ਹੈ ਜੀ ਸੀਡ ਦਾ। ਅੱਛਾ ਜੀ। ਹਾਂਜੀ ਸੀਡ ਟੂ ਅੱਛਾ ਇਹ ਸਾਰਾ ਸੀਡ ਹੈ ਜੀ। ਇਹ ਸੀਡ ਹੈ ਜੀ। ਇਹ ਕਿੰਨੇ ਦਿਨ ਦੇ ਆਲੂ ਹੋ ਗਿਆ ਇਹ ਜੀ ਹੋ ਗਿਆ 90 ਦਿਨ ਦਾ ਜੀ। 90 ਦਿਨ ਦੇ। ਹਾਂਜੀ ਇਹ ਆਸਮ ਭਾਈ 90 ਦਿਨ ਦਾ ਜਿਹੜਾ ਇਹ ਸੀਡ ਹੈ ਪੱਕ ਜਾਂਦਾ ਹੈ। ਹਾਂਜੀ ਇਹ ਨਾ ਓਵਰਸਾਈਜ਼ ਵੀ ਇਹਨਾਂ ਦਾ ਜੀ। ਅੱਛਾ ਗੋਲੀ ਵੀ ਤੇ ਬੀ ਵੀ ਸਹੀ ਟੋਟਲੀ ਸਮਝ ਲਓ ਇਹਨਾਂ ਨੇ ਲੈ ਕੇ ਜਾਣਾ। ਨਹੀਂ ਇੰਨੀ ਜਲਦੀ ਫਿਰ ਕਟਾਈ ਕਰਾਉਣ ਦਾ ਮਕਸਦ ਕੀ ਹੈ। ਕਿਉਂਕਿ ਸੀਡ ਹੈ ਜੀ ਇਹ ਮੋਟਾ ਆਲੂ ਨਹੀਂ ਹੋਣ ਦਿੰਦੇ ਨਾ। ਅੱਛਾ ਬੀ ਹੈ ਨਾ। ਸਹੀ। ਹਾਂਜੀ ਇਹ ਅੱਛਾ ਇਹ ਦੱਸੋ ਇਹ ਹਾਂਜੀ ਆ ਸਾਈਜ਼ ਉਹਨਾਂ ਨੂੰ ਚਾਹੀਦਾ ਹੈ ਤੇ ਇੰਨਾ ਸਾਈਜ਼ ਦੀ ਕਟਵਾਉਂਦੇ ਆ। ਅੱਛਾ ਹਾਂਜੀ ਅੱਛਾ ਇਹ 90 ਦਿਨ ਦਾ ਮਕਸਦ ਵੀ ਇਹ ਹੈ ਵੀ ਆਲੂ ਜ਼ਿਆਦਾ ਬੜਾ ਨਾ ਹੋਵੇ। ਹਾਂਜੀ ਹਾਂਜੀ ਬੜਾ ਨਹੀਂ ਕਰਨਾ ਚਾਹੁੰਦੇ ਇਹਦੇ ਛਿੱਲੜ ਕੱਚੇ ਹੈ ਜਾਂ ਪੱਕ ਨਹੀਂ ਇਹ ਚੁੱਕੀ ਹੈ। ਕੱਚੀ ਹੈ ਜੀ। ਇਹ ਹਾਲੇ ਤਕਰੀਬਨ 20 ਦਿਨ ਜ਼ਮੀਨ ਦੇ ਅੰਦਰ ਹੀ ਰਹਿਣਗੇ ਉਸ ਤੋਂ ਬਾਅਦ ਪਟਾਈ ਹੋਏਗੀ। ਅੱਛਾ ਇਹਦਾ ਮਤਲਬ ਹੈ ਤੁਸੀਂ ਸਿਰਫ ਬੇਲਾਂ ਕੱਟ ਰਹੇ ਹੋ ਕਿ ਜਿਹੜਾ ਨਾ ਆਲੂ ਪੱਕ ਜਾਵੇ। ਜੀ ਇਹ ਨਾ ਤਕਰੀਬਨ 20 ਦਿਨ ਨਹੀਂ ਆਸਮ ਭਾਈ ਇਹਦਾ ਮਕਸਦ ਇਹ ਹੀ ਹੈ ਨਾ ਕਿ ਬੇਲਾਂ ਕੱਟ ਦੇਣਾ ਆਲੂ ਦਾ ਸਾਈਜ਼ ਨਾ ਵਧੇ। ਹਾਂਜੀ ਸਾਈਜ਼ ਰੋਕਣਾ। ਹਾਂਜੀ ਹਾਂਜੀ ਔਰ ਆਲੂ ਦੀ ਛਿੱਲ ਪੱਕ ਜਾਣਾ। ਜੀ ਛਿੱਲ ਪੱਕ ਜਾਣਾ। ਇਹ ਤੁਸੀਂ ਕਿੰਨੇ ਦਿਨ ਦੇ ਹੋ ਜਾਣਗੇ ਤੇ ਇਹਦੀ ਪਟਾਈ ਕਰੋਗੇ। ਇਹ ਹੁਣ ਜਦੋਂ ਪਟਾਈ ਕਰਾਂਗੇ ਜੀ ਇਹ ਹੁਣ ਅੱਜ ਹਾਰਵੈਸਟਿੰਗ ਹੋ ਗਈ ਨਾ ਜੀ। ਜੀ ਇਸ ਤੋਂ ਤਕਰੀਬਨ 20 ਦਿਨ ਬਾਅਦ ਇਹਦੀ ਮਤਲਬ ਅਸੀਂ ਪਲਾਂਟਰ ਚਲਾ ਦੇਣਾ। ਡਿੱਗਰ ਚਲਾ ਦੇਣਾ। ਠੀਕ ਹੋ ਗਿਆ। ਅੱਛਾ ਆਸਮ ਭਾਈ ਇਸ ਵਾਰ ਆਲੂਆਂ ਦਾ ਰੇਟ ਕੋਈ ਨਹੀਂ ਹੈਗਾ। ਬੁਰਾ ਹਾਲ ਹੈ ਜੀ। ਬੁਰਾ ਹਾਲ ਹੈ। ਤੇ ਇਹ ਆਪਾਂ ਕਿਹੜੇ ਕਿਹੜੇ ਲਗਾਏ ਹੋਏ ਆ ਤੇ ਬੀਜ ਕਿੰਨਾ ਲਗਾਇਆ ਹੋਇਆ ਹੈ। ਇਹ ਜੀ ਇਹਨਾਂ ਦਾ ਪੈਪਸੀ ਦਾ ਖੁਦ ਦਾ ਹੀ ਇਹਨਾਂ ਦਾ ਹੁੰਦਾ ਹੈ ਬੀਜ। ਅੱਛਾ ਜੀ। ਹਾਂਜੀ ਇਹ ਵਿਨਸ ਹੈਗਾ। ਅੱਛਾ ਜੀ। ਹਾਂਜੀ ਆਹ ਵੈਰਾਈਟੀ ਨਾ ਵਿਨਸ ਹੈਗੀ ਆ। ਠੀਕ ਹੋ ਗਿਆ। ਇਹਨਾਂ ਦੇ ਐਲਆਰ ਤੇ ਵਿਨਸ ਦੋ ਵੈਰਾਈਟੀਆਂ ਹੁੰਦੀਆਂ ਨੇ। ਫਿਰ ਤੇ ਉਹਨਾਂ ਦੇ ਇਹ ਵਿੱਚ ਤੁਹਾਡਾ ਕੀ ਰੇਟ ਜਿਹੜਾ ਨਾ ਸੌਦਾ ਹੋਇਆ ਹੈ। ਇਹ ਸਾਡਾ ਜੀ 50 ਰੁਪਏ ਕਿਲੋ। 50 ਰੁਪਏ ਕਿਲੋ। ਤੁਹਾਨੂੰ ਕੀ ਲੱਗਦਾ ਕਿੱਲੇ ਦੇ ਵਿੱਚੋਂ ਕਿੰਨੀ ਕੁ ਐਵਰੇਜ ਇਹ ਮਿਲ ਜਾਏਗੀ। ਇਹਨਾਂ ਦਾ ਵੀ ਕਿਉਂਕਿ ਹੁੰਦਾ ਨया ਐਵਰੇਜ ਮਾਸ਼ਾਅੱਲਾ ਅੱਛੀ ਆ ਜਾਂਦੀ। ਅੱਛਾ ਹਾਂਜੀ ਤੁਹਾਨੂੰ ਅੱਛਾ ਇਹ ਵੀ ਦੱਸੋ ਕਿ ਐਗਰੀਮੈਂਟ ਹੀ ਅੱਛਾ ਰਹਿੰਦਾ ਹੈ ਆਲ ਰਾਊਂਡਰ ਜਾਂ ਆਪਣੇ ਆਲੂ ਅਗਰ ਰੇਟ ਅੱਛਾ ਹੋਵੇ ਉਹ ਅੱਛੇ ਰਹਿੰਦੇ ਨੇ। ਇਹ ਤਾਂ ਬਾਹਰ ਦੇ ਹਾਲਾਤ ਦਾ ਹੈ ਜੀ। ਦੇਖੋ ਨਾ ਹੁਣ ਜਿਵੇਂ ਦੇ ਹਾਲਾਤ ਹਨ ਬਾਹਰ ਦਾ 680 ਅੱਗੇ ਉਧਰ ਸਾਡੇ ਦੂਸਰੀ ਜ਼ਮੀਨ ਆਧੇ ਆਲੂ ਲਗਾਏ ਨੇ 500 ਰੁਪਏ 500 ਦਾ ਤੋੜਾ ਵਿਕਿਆ ਜੀ। ਅੱਛਾ ਜੀ। ਹਾਂਜੀ ਅਸੀਂ ਮੰਡੀ ਸੱਟ ਕੇ ਆਏ ਆ। ਸਹੀ। ਤੇ ਉਹ ਤਾਂ ਭਾਈ ਜੀ ਖਰਚੇ ਨਹੀਂ ਪੂਰੇ ਹੁੰਦੇ। ਨਹੀਂ 80000 ਦਾ ਕਿੱਲਾ ਹੋਇਆ ਜੀ। ਅੱਛਾ ਅੱਛਾ ਤੁਹਾਡੇ ਨਜ਼ਰੀਏ ਦੇ ਮੁਤਾਬਕ ਕੀ ਹੋਣਾ ਚਾਹੀਦਾ ਹੈ ਜਾਂ ਕੀ ਵਜ੍ਹਾ ਇਹਨਾਂ ਰੇਟ ਘੱਟ ਹੈ ਤੇ ਇਹਦਾ ਹੁਣ ਹਕੂਮਤ ਨੂੰ ਕੀ ਕਰਨਾ ਚਾਹੀਦਾ ਹੈ। ਹਕੂਮਤ ਨੂੰ ਇਹੀ ਹੈ ਜੀ ਮੁਆਹਦੇ ਕਰਨ ਬਾਰਡਰ ਖੋਲਣ ਤੇ ਰੇਟ ਆਟੋਮੈਟਿਕ ਹੀ ਉੱਪਰ ਚਲਾ ਜਾਣਾ ਜੀ। ਉਹਨਾਂ ਮੁਆਹਦੇ ਨਹੀਂ ਕਰ ਰਹੇ ਬਾਰਡਰ ਬੰਦ ਨੇ ਜ਼ਿਮੀਂਦਾਰ ਮਾਰ ਰਿਹਾ ਬਸ ਇਹੀ ਹੈ। ਔਰ ਆਲੂ ਵੀ ਇਸ ਵਾਰੀ ਆਸਮ ਭਾਈ ਬੜਾ ਲੱਗਾ ਹੋਇਆ ਹੈ ਜੀ। ਆਲੂ ਤਾਂ ਬਹੁਤ ਜ਼ਿਆਦਾ ਹੈ ਜੀ ਹੈ ਹੀ ਆਲੂ। ਅੱਛਾ ਵੈਸੇ ਅਗਰ ਬਾਰਡਰ ਖੁੱਲ ਜਾਂਦਾ ਤੇ ਇਹਨਾਂ ਆਲੂ ਕਵਰ ਸਾਰਾ ਹੋ ਜਾਏਗਾ ਕੀ ਖਿਆਲ ਹੈ। ਹੋ ਜਾਏਗਾ ਜੀ। ਠੀਕ ਹੋ ਗਿਆ। ਤਿੰਨਦਾਰ ਨੂੰ ਵੀ ਬੋਰੀ ਜਾਏ ਜੀ ਤੇ ਜ਼ਮੀਨਾਂ ਨੂੰ ਫਿਰ ਵੀ ਕੁਝ ਬਚਦਾ ਹੈ। ਤੁਹਾਡਾ ਵੈਸੇ ਇਹ ਫੈਸਲਾ ਅੱਛਾ ਰਿਹਾ ਵੀ ਤੁਸੀਂ ਜਿਹੜਾ ਨਾ ਇਹ ਐਗਰੀਮੈਂਟ ਇਹ ਸਾਨੂੰ ਤਕਰੀਬਨ 4 ਸਾਲ ਹੋ ਗਏ ਨੇ। ਹਾਂ 5ਵਾਂ ਸਾਲ ਤਕਰੀਬਨ ਹੁਣ ਅਸੀਂ ਪਟਨਾ ਹੈ। ਸਹੀ ਸਾਡਾ ਐਗਰੀਮੈਂਟ ਹੀ ਹੈ ਜੀ। ਤੇ ਬਾਕੀ ਜਿਹੜੇ ਆਪਣੇ ਆਲੂ ਲਗਾਏ ਹੋਏ ਆ ਉਹ ਤੁਸੀਂ ਹੁਣ ਰੋਕੇ ਹੋਇਆ ਹੈ ਜਾਂ ਕੀ ਜ਼ੇਨ ਹੈ ਤੁਹਾਡਾ ਸੇਲ ਕਰਨ ਦਾ ਹੈ ਜਾਂ ਹਾਲੇ ਤੱਕ ਰੋਕਣੇ ਹੈ ਜਾਂ ਜਿਹੜੇ ਲੋਕਾਂ ਦੇ ਖੜੇ ਆ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ। ਮਸ਼ਵਰਾ ਇਹਦੇ ਚੋਂ ਕੀ ਦੇ ਸਕਦੇ ਬਾਰਡਰ ਖੋਲ ਜਾਵਾਂ ਤਾਂ ਅੱਛੀ ਗੱਲ ਹੈ ਜੀ। ਨਾ ਖੁੱਲਣਗੇ ਤਾਂ ਫਿਰ ਸਾਰੇ ਹੀ ਜਾਵਾਂਗੇ। ਹਾਂਜੀ ਤੇ ਲੇਕਿਨ ਜਿਹੜੇ ਹੁਣ ਲੋਕ ਪਟਾਈ ਕਰਕੇ ਸੇਲ ਕਰ ਰਿਹਾ ਰੇਟ ਹੈ ਕੋਈ ਨਹੀਂ ਨੁਕਸਾਨ ਹੋਈ ਜਾਂਦਾ ਹੈ। ਹਾਂ ਉਹ ਕੀ ਠੀਕ ਕਰ ਰਹੇ ਨੇ ਲੋਕ ਜਾਂ ਉਹਨਾਂ ਨੂੰ ਰੁਕਣਾ ਚਾਹੀਦਾ ਰੇਟ ਨੂੰ ਦੇਖਣਾ ਚਾਹੀਦਾ। ਇਹੀ ਦੇਖ ਰਹੇ ਨੇ ਜੀ ਹੁਣ ਆਲੂ ਦਾ ਰੇਟ ਹੈ ਨਹੀਂ ਚਲੋ ਇਹ ਪੱਟ ਕੇ ਮੱਕੀ ਤਾਂ ਲਾਈਏ। ਸਹੀ ਹੋ ਗਿਆ ਵੀ ਟਾਈਮ ਨਾਲ ਮੱਕੀ ਅੱਗੇ ਮੱਕੀ ਨੂੰ ਲੱਗ ਜਾਏਗੀ। ਚਲੋ ਉਹ ਅੱਲਾ ਕਰੇ ਉਹਨਾਂ ਜੀ ਕੋਈ ਮੱਕੀ ਦੇ ਰੇਟ ਅੱਛਾ ਰਹਿ ਜਾਏ। ਆਸਮ ਭਾਈ ਟਰੈਕਟਰ ਕਿਹੜੇ ਕਿਹੜੇ ਰੱਖੇ ਹੋਏ ਆ। ਸਾਡੇ ਕੋਲ ਜੀ ਇੱਕ ਆ ਜੀ 375 ਹੈ ਜੀ। ਇੱਕ ਸਾਡੇ ਕੋਲ ਦਬੰਗ ਟਰੈਕਟਰ ਹੈ ਜੀ ਨਿਊ ਹਾਲੈਂਡ ਦਾ। ਠੀਕ ਹੋ ਗਿਆ।
ਤੇ ਉਹ ਦਬੰਗ ਦੇ ਵਿੱਚ ਤੁਸੀਂ ਕਹਿ ਰਹੇ ਕੁਝ ਚੇਂਜਿੰਗ ਕੀਤੀ ਹੈ? ਹਾਂਜੀ ਅਸੀਂ ਉਹਦੇ ਲਿਫਟੋਮੈਟਿਕ ਲਗਵਾਇਆ ਜੀ। ਅੱਛਾ ਜੀ, ਹਾਂਜੀ। ਦਬੰਗ ਦੇ ਵਿੱਚ। ਹਾਂਜੀ ਇਹ ਪੁਰਾਣਾ ਮਾਡਲ ਸੀ ਆ 850 ਦਾ ਹੁਣ ਆਇਆ ਨਾ, ਹਾਂ ਇਹਨਾਂ ਨਾਲ ਤਾਂ ਲੱਗਿਆ ਲਗਾਇਆ ਤੇ ਅਸੀਂ ਉਹਦੇ ਚ ਖੁਦ ਲਗਵਾਇਆ ਸੀ ਜੀ ਲਿਫਟੋਮੈਟਿਕ। ਠੀਕ ਹੋ ਗਈ, ਕਿੰਨੀ ਦੇਰ ਹੋ ਗਈ? ਸਾਨੂੰ ਸਾਲ ਹੋ ਗਿਆ। ਸਹੀ, ਜ਼ਬਰਦਸਤ। ਚਲੋ ਦੋਸਤੋ, ਇਨਸ਼ਾਅੱਲਾ ਬਾਇਰਾਂ ਦਾ ਦਬੰਗ ਦਾ ਵੀ ਆਪਾਂ ਵਿਜ਼ਿਟ ਕਰਸਾਂ, ਤੁਹਾਨੂੰ ਦਿਖਾਸਾਂ ਕਿ ਇਹਨਾਂ ਨੇ ਲਿਫਟੋਮੈਟਿਕ ਲਗਵਾਇਆ, ਲਿਫਟੋਮੈਟਿਕ ਕੈਸਾ ਚੱਲ ਰਹੀ ਹੈਗਾ। ਤੇ ਬਾਕੀ ਇਹ 2 ਟਰੈਕਟਰਾਂ ਨਾਲ ਫਿਰ ਵਾਹੀ ਕਿੰਨੀ ਕਰ ਰਹੇ ਹੋ? ਇਹ ਸਾਡੇ ਕੋਲ ਹੈਗਾ ਜੀ 80 ਏਕੜ ਜੀ। ਅਤੇ ਸਾਰਾ ਆਲੂ ਲਗਾਇਆ ਵਾ? ਹਾਂਜੀ। ਕਣਕ ਨਹੀਂ ਲਾਈ? ਨਹੀਂ ਕਣਕ ਨਹੀਂ। ਕਣਕ ਕਿਉਂ ਨਹੀਂ ਲਾਈ, ਕੀ ਵਜ੍ਹਾ ਯਾਰ? ਅੱਛਾ ਜੀ। ਚਲੋ ਆਸਮ ਭਾਈ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਆਪਣੇ ਤਜਰਬੇ ਦੇ ਮੁਤਾਬਕ ਦੱਸਿਆ ਆਲੂ ਦੇ ਬਾਰੇ, ਆਲੂ ਦੇ ਰੇਟ ਦੇ ਬਾਰੇ, ਔਰ ਹਕੂਮਤ ਨੂੰ ਵੀ ਜਿਹੜਾ ਨਾ ਇਹ ਅਪੀਲ ਕੀਤੀ ਹੈ ਕਿ ਕਿਸਾਨ ਦੀ ਅਗਰ ਹੈਲਪ ਕਰਨੀ ਤਾਂ ਉਹ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿ ਉਹਦੀ ਫਸਲ ਦਾ ਰੇਟ ਦੇ ਕੇ। ਬਿਲਕੁਲ ਜ਼ਾਹਰੀ ਗੱਲ ਹੈ ਜੀ। ਆਲੂ ਦਾ ਰੇਟ ਤੁਹਾਡਾ ਕਹਿਣਾ ਹੈ ਵੀ ਐਵੇਂ ਹੀ ਬਣ ਸਕਦਾ ਹੈ, ਹਰ ਕਿਸਾਨ ਦਾ ਇਹ ਕਹਿਣਾ ਹੈ ਕਿ ਅਗਰ ਬਾਰਡਰ ਓਪਨ ਹੋਣ ਤੇ ਫਿਰ ਹੀ ਆਲੂ ਦਾ ਰੇਟ ਬਣ ਸਕਦਾ ਹੈ। 6-700 ਰੁਪਏ ਤੋੜੇ ਨਾਲ ਕੀ ਬਚਦਾ ਹੈ ਜੀ? ਅੱਛਾ ਜੀ, ਬਿਲਕੁਲ ਇਵੇਂ ਇਸ ਤਰ੍ਹਾਂ ਗੱਲ ਹੈ ਜੀ। ਤੇ ਪਟਾਈ ਦਾ ਵੀ ਨਹੀਂ ਖਰਚਾ ਪੂਰਾ ਹੁੰਦਾ। ਹਾਂਜੀ, ਚਲੋ ਅੱਲਾਹ ਤਾਲਾ ਕਰਮ ਕਰੇਗਾ ਜੀ। ਤੇ ਹਕੂਮਤ ਨੂੰ ਇਹ ਸਾਡੀ ਅਪੀਲ ਹੈ ਜੀ। ਤੇ ਬਾਕੀ ਅੱਲਾਹ ਤਾਲਾ ਸਾਰੇ ਕਿਸਾਨਾਂ ਦਾ ਜਿਹੜਾ ਨਾ ਨੁਕਸਾਨ ਪੂਰਾ ਕਰੇ, ਸਾਡੀ ਦੁਆ ਵੀ ਹੈ ਜੀ। ਤੇ ਬਾਕੀ ਜਨਾਬ ਇਹ ਫੈਸਲਾ ਵੀ ਬਿਹਤਰ ਹੈ ਕਿ ਤੁਸੀਂ ਅਗਰ ਸਰਦਾ ਤੁਹਾਡਾ ਤੇ ਆਲੂ ਚੰਦ ਦਿਨ ਰੋਕ ਲਓ, ਰੇਟ ਵੇਖ ਲਓ। ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਜਲਦੀ ਮੱਕੀ ਲੱਗ ਜਾਵੇ ਤੇ ਫਿਰ ਇਹ ਹੱਲ ਵੀ ਬਿਹਤਰ ਹੈ ਕਿ ਵੱਲਾਂ ਕੱਟ ਕੇ ਛੱਡ ਦੇਣਾ ਤੇ ਉਹਨੂੰ 4 ਦੇ ਠਹਿਰ ਕੇ ਵੀ ਉਹਦੀ ਜਿਲਦ ਪੱਕ ਜਾਵੇ, ਫਿਰ ਉਹਨੂੰ ਪੱਟ ਲਓ ਤੇ ਮਕਈ ਵੀ ਟਾਈਮ ਨਾਲ ਆ ਸਕਦੀ ਹੈ। ਹਾਂਜੀ। ਬਹੁਤ ਸ਼ੁਕਰੀਆ ਜੀ।